ਇਹ ਪਹਿਲਾ ਇਹੋ ਜਿਹਾ ਕਾਨੂੰਨ ਹੈ, ਦੁਨੀਆ ਦਾ ਸਭ ਤੋਂ ਬੜਾ ਰੁਜ਼ਗਾਰ ਕਾਨੂੰਨ ਹੈ ਇੱਕ ਟਾਈਪ ਦਾ ਜੀ। ਤੇ ਪਹਿਲਾ ਇਹੋ ਜਿਹਾ ਕਾਨੂੰਨ ਹੈ ਜਿਹਨੇ ਸੰਵਿਧਾਨਕ ਗਾਰੰਟੀ ਦਿੰਦੇ ਹੋਏ ਇਹਨੂੰ ਬੁਨਿਆਦੀ ਹੱਕ ਮੰਨਿਆ ਰੁਜ਼ਗਾਰ ਨੂੰ। ਮਨਰੇਗਾ ਦੇ ਮੁਤਾਬਕ ਇਹ ਵੀ ਹੈ ਵੀ ਜੇ ਕੰਮ ਕਰਦੇ ਦੌਰਾਨ ਕਿਸੇ ਦੀ ਮੌਤ ਹੋ ਜੇ ਤਾਂ ਉਹਨੂੰ 4 ਲੱਖ ਦਾ ਬੀਮਾ ਮਿਲਦਾ ਹੈ। ਜੇ ਕੋਈ ਫੱਟੜ ਹੋ ਜੇ, ਜ਼ਖਮੀ ਹੋ ਜੇ ਤਾਂ ਉਹਦਾ ਇਲਾਜ ਫ੍ਰੀ ਹੁੰਦਾ ਤੇ ਨਾਲ ਉਹਨੂੰ ਦਿਹਾੜੀ ਵੀ ਮਿਲਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹ ਨਹੀਂ ਮਿਲਦੀਆਂ ਜਿੰਨਾ ਚਿਰ ਉਹ ਕੰਮ ਮੰਗ ਕੇ ਨਿਯੁਕਤੀ ਪੱਤਰ ਹਾਸਲ ਕਰਕੇ ਨਹੀਂ ਕੰਮ ਤੇ ਲੱਗਦੇ। ਬਹੁਤਾ ਸੈਕਸ਼ਨ ਪੜ੍ਹਿਆ ਲਿਖਿਆ ਨਹੀਂ ਹੈ, ਗਰੀਬ ਪਰਿਵਾਰ ਨੇ ਜ਼ਿਆਦਾਤਰ, ਉਹ ਸਾਰੇ ਜਾਗਰੂਕਤਾ ਦੀ ਕਮੀ ਹੈ। ਜਾਗਰੂਕਤਾ ਜਿਨ੍ਹਾਂ ਨੇ ਕਰਨੀ ਹੈ ਉਹ ਜਾਗਰੂਕਤਾ ਕਰਨੀ ਹੈ BDO ਨੇ, ਸੈਕਟਰੀ ਨੇ, ਪੰਚਾਇਤ ਨੇ ਜਾਂ ਫਿਰ ਬੌਧਿਕ ਤਬਕੇ ਨੇ ਜਿਹੜਾ ਬਾਕੀ ਹੈ। ਅਜੇ ਤੱਕ ਕਿਸੇ ਨੇ ਇਹਦੇ ਤੇ ਮਤਲਬ ਸੋਚਿਆ ਨਹੀਂ ਤੇ ਨਾ ਹੀ ਕੋਈ ਜਾਗਰੂਕਤਾ ਕੀਤੀ ਗਈ ਹੈ। ਦਿਹਾਤੀ ਵਰਗ ਨੂੰ ਤਾਂ ਇਹ ਕਾਨੂੰਨ ਦਿੱਤਾ ਹੀ ਹੈ ਕਿ ਉਹ ਆਪਣੀ ਨਰੇਗਾ ਤੇ ਕੰਮ ਕਰ ਸਕਦੇ ਨੇ। ਅਸੀਂ ਅਕਸਰ ਦੇਖਦੇ ਹਾਂ ਕੰਮ ਕਰ ਵੀ ਰਹੇ ਹੁੰਦੇ ਨੇ, ਪਰ ਹੋਰ ਕਿੰਨਾ ਵਾਸਤੇ ਇਹ ਕਾਨੂੰਨ ਆ ਜਿਹੜਾ ਬਣਾਇਆ ਗਿਆ ਸੀ ਹੈ ਤਾਂ ਪਿੰਡਾਂ ਲਈ, ਉਹ ਸ਼ਹਿਰਾਂ ਲਈ ਨਹੀਂ ਹੈ। ਉਹ ਕਿਉਂਕਿ ਪਿੰਡਾਂ 'ਚੋਂ ਲੋਕ ਪਿੰਡਾਂ ਨਾਲੋਂ ਸ਼ਹਿਰਾਂ 'ਚ ਲੋਕ ਤਾਂ ਹੀ ਜਾਂਦੇ ਸੀ ਕਿ ਉੱਥੇ ਜ਼ਿਆਦਾ ਦਿਹਾੜੀ ਮਿਲਦੀ ਹੈ ਜ਼ਿਆਦਾ, ਇਸ ਲਈ ਅਜੇ ਪਿੰਡਾਂ ਵਿੱਚ ਹੈ। ਪਰ ਨਾਲ ਦੀ ਨਾਲ ਇਹ ਹੈ ਕਿ ਇਕੱਲੇ ਮਜ਼ਦੂਰ ਲਈ ਨਹੀਂ ਜੀ, ਕਿਸਾਨ 5 ਏਕੜ ਤੱਕ ਜ਼ਮੀਨ ਦੇ ਮਾਲਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੇ ਖੇਤ 'ਚ ਕੰਮ ਕਰਕੇ ਵੀ ਮਨਰੇਗਾ ਦੀ ਦਿਹਾੜੀ ਮਿਲ ਸਕਦੀ ਹੈ। ਕਾਨੂੰਨ ਤਾਂ ਇਹ ਵੀ ਕਹਿੰਦਾ ਉਹਦੇ 'ਚ ਜਿਹੜੇ ਕਾਨੂੰਨ ਦੇ ਮੁਤਾਬਕ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਹਰ ਮਹੀਨੇ ਇੱਕ ਦਿਨ ਸ਼ੁੱਕਰਵਾਰ ਵਾਲੇ ਕਿਸੇ ਇੱਕ ਜਾਂ ਪਹਿਲੇ ਜਾਂ ਲਾਸਟ ਰੁਜ਼ਗਾਰ ਮੇਲਾ ਲਾਓ ਪਿੰਡ 'ਚ, ਜਿਹਦਾ ਜੌਬ ਕਾਰਡ ਬਣਨਾ ਉਹ ਦਿਓ, ਜਿਹਦਾ ਕੰਮ ਮੰਗਣਾ ਉਹ ਦਿਓ। ਉਹ ਤਾਂ ਇੱਥੇ ਤੱਕ ਕਹਿੰਦਾ ਕਾਨੂੰਨ ਤਾਂ, ਪਰ ਕੋਈ ਕਰ ਨਹੀਂ ਰਿਹਾ। ਮਨਰੇਗਾ ਦੇ ਨਾਂ ਤੇ ਜਿੰਨਾ ਕੰਮ ਤੁਸੀਂ ਕਰਾ ਲੋਗੇ ਉਨਾ ਹੀ ਪੈਸਾ ਆਊਗਾ, ਇਹਦੇ 'ਚ ਲਿਮਟ ਕੋਈ ਨਹੀਂ, ਕਿਉਂਕਿ ਇਹ ਫੰਡਾਮੈਂਟਲ ਰਾਈਟ ਹੈ। ਜਿੰਨੇ ਜਦ ਤੋਂ ਵੱਧ ਕੰਮ ਦੇ ਦੇਣਗੇ ਪਿੰਡਾਂ 'ਚ ਪੰਚਾਇਤਾਂ ਜਾਂ BDO, ਉਨਾ ਹੀ ਜ਼ਿਆਦਾ ਕੇਂਦਰ ਸਰਕਾਰ ਨੂੰ ਦੇਣੀ ਪਏਗੀ, ਕਿਉਂਕਿ 100 ਦਾ 100% ਪੈਸਾ ਦਿਹਾੜੀ ਦਾ ਉੱਥੋਂ ਆਉਂਦਾ, ਕੇਂਦਰ ਸਰਕਾਰ ਤੋਂ ਆਉਂਦਾ। ਇਸ ਲਈ ਇਹਦੇ 'ਚ ਪੈਸੇ ਮੁੱਕਣ ਵਾਲਾ ਸਵਾਲ ਪੈਦਾ ਨਹੀਂ ਹੁੰਦਾ। पंजाब न्यूज़ देख रहे सारे ही देश ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦਾ। ਦਰਸ਼ਕੋ ਸਾਂਝੀ ਸਾਥ ਦੇ ਵਿੱਚ ਮੌਜੂਦ ਹਾਂ ਜਿੱਥੇ ਸਮੇਂ-ਸਮੇਂ ਤੇ ਸੈਮੀਨਾਰ ਕੀਤੇ ਜਾਂਦੇ ਨੇ, ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਂਦੀ ਆ। ਕਿਸਾਨੀ ਅੰਦੋਲਨ ਦੇ ਪ੍ਰਤੀ ਵੀ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਇੱਥੇ ਵਿਚਾਰ ਚਰਚਾ ਕੀਤੀ ਜਾਂਦੀ ਤਾਂ ਜੋ ਲੋਕਾਂ ਨੂੰ ਇੱਕ ਅਲੱਗ ਤੋਂ ਵਧੀਆ ਪਲੇਟਫਾਰਮ ਮਿਲ ਸਕੇ। ਸੋ ਹਮੀਰ ਜੀ ਸਾਡੇ ਕੋਲ ਪਹੁੰਚੇ ਨੇ ਅੱਜ, ਜਿਨ੍ਹਾਂ ਨੇ ਮਨਰੇਗਾ ਤੇ ਖਾਸ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਆ ਕਿ ਅੱਜ ਕਈ ਲੋਕਾਂ ਨੂੰ ਮਨਰੇਗਾ ਬਾਰੇ ਪਤਾ ਹੀ ਨਹੀਂ, ਤਾਂ ਕਈ ਇੱਦਾਂ ਦੇ ਵੀ ਕਿਸਾਨ ਨੇ, ਇੱਦਾਂ ਦੇ ਕਈ ਵਿਅਕਤੀ ਨੇ ਜਿਨ੍ਹਾਂ ਨੂੰ ਮਨਰੇਗਾ ਤਾਂ ਮਿਲਦੀ ਹੈ ਪਰ ਉਹ ਇਸ ਚੀਜ਼ ਤੋਂ ਵਾਂਝੇ ਰਹਿ ਚੁੱਕੇ ਨੇ। ਤਾਂ ਇਸ ਸਾਰੇ ਹੀ ਵਿਸ਼ੇ ਤੇ ਖੁੱਲ੍ਹ ਕੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਸਾਡੇ ਨਾਲ ਹਮੀਰ ਜੀ ਬੈਠੇ ਹੋ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ ਦੇ ਵੀ ਨੇ, ਤਾਂ ਉੱਦਾਂ ਵੀ ਕਈ ਮੁੱਦਿਆਂ ਤੇ ਖੁੱਲ੍ਹ ਕੇ ਵਿਚਾਰ ਚਰਚਾ ਕਰਦੇ ਰਹਿੰਦੇ ਨੇ। ਸਵਾਗਤ ਕਰਦੇ ਇਹਨਾਂ ਦਾ ਪੰਜਾਬ ਨਿਊਜ਼ ਤੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਮੀਰ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਪਹਿਲਾਂ ਤਾਂ ਮਨਰੇਗਾ ਕਿੱਦਾਂ ਦਾ ਕਾਨੂੰਨ ਹੈ, ਤਾਂ ਕਿਹੜੇ ਲੋਕਾਂ ਨੂੰ ਇਹਦਾ ਲਾਭ ਹੈ ਜਿਹੜਾ ਹੋ ਸਕਦਾ ਸੀ? ਅਸਲ 'ਚ ਪਹਿਲਾਂ ਨਰੇਗਾ ਸੀ ਜੀ, ਤੇ ਫਿਰ ਬਾਅਦ 'ਚ ਮਹਾਤਮਾ ਗਾਂਧੀ ਦੇ ਬਰਸੀ ਦੇ ਨਾਲ ਮਨਰੇਗਾ ਬਣਾ ਦਿੱਤਾ ਗਿਆ। ਮਤਲਬ ਹਾਂ, ਇਹ ਅਸਲ ਦੇ ਵਿੱਚ ਦਿਹਾਤੀ ਖੇਤਰ ਦੇ ਲੋਕਾਂ ਨੂੰ 100 ਦਿਨ ਦਾ ਕੰਮ ਕਰਨ ਦਾ ਬੁਨਿਆਦੀ ਹੱਕ ਹੈ ਘੱਟੋ ਘੱਟ। ਇਹ ਪਹਿਲਾ ਇਹੋ ਜਿਹਾ ਕਾਨੂੰਨ ਹੈ, ਦੁਨੀਆ ਦਾ ਸਭ ਤੋਂ ਬੜਾ ਰੁਜ਼ਗਾਰ ਕਾਨੂੰਨ ਹੈ ਇੱਕ ਟਾਈਪ ਦਾ ਤੇ ਪਹਿਲਾ ਇਹੋ ਜਿਹਾ ਕਾਨੂੰਨ ਹੈ ਜਿਹਨੇ ਸੰਵਿਧਾਨਕ ਗਾਰੰਟੀ ਦਿੰਦੇ ਹੋਏ ਇਹਨੂੰ ਬੁਨਿਆਦੀ ਹੱਕ ਮੰਨਿਆ ਰੁਜ਼ਗਾਰ ਨੂੰ। ਤੇ ਉਹ ਪਿੰਡ, ਉਹਦੇ 'ਚ 2 ਹੀ ਸ਼ਰਤਾਂ ਨੇ ਬਸ, ਕਿ ਬੰਦਾ ਪਿੰਡ ਦਾ ਵਸਿੰਦਾ ਹੋਵੇ ਤੇ ਪਿੰਡ ਦਾ ਰਹਿਣ ਵਾਲਾ ਹੋਵੇ, ਤੇ ਦੂਸਰੀ ਗੱਲ ਇਹ ਹੈ ਸਰੀਰਕ ਕੰਮ ਕਰਨ ਲਈ ਤਿਆਰ ਹੋਵੇ। ਤੇ ਇਸੇ ਗੱਲ ਦੇ ਲਈ ਉਹਦੇ ਲਈ ਕੁਝ ਚੀਜ਼ਾਂ ਮਤਲਬ ਕਾਨੂੰਨ ਨੇ ਬੜੀਆਂ ਠੀਕ ਤਰੀਕੇ ਦੇ ਨਾਲ ਬੇਨਤੀਆਂ ਨੇ ਤਾਂ ਕਿ ਉਹਨੂੰ ਔਖ ਨਾ ਆਵੇ, ਪਰ ਉਹਦੇ ਬਾਵਜੂਦ ਵੀ ਬਹੁਤ ਜ਼ਿਆਦਾ ਔਖਿਆਈਆਂ ਆ ਰਹੀਆਂ ਨੇ ਕਿਉਂਕਿ ਕੋਈ ਦੱਸ ਨਹੀਂ ਰਿਹਾ। ਕਿਸ ਤਰ੍ਹਾਂ ਦੀ ਔਖਿਆਈਆਂ ਜਿਹੜੀਆਂ ਉਹ ਆ ਰਹੀਆਂ? ਇਹ ਆਮ ਤੌਰ ਤੇ ਤੁਸੀਂ ਦੇਖੋ ਕਿ 2006 ਤੋਂ ਇੱਕ ਕਾਨੂੰਨ ਬਣਿਆ ਜੀ, 15 ਸਾਲ ਹੋ ਗਏ ਜੀ। 15 ਸਾਲਾਂ ਦੇ ਵਿੱਚ ਇਹ ਕਾਨੂੰਨ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮੰਗ ਆਧਾਰਿਤ ਤੇ ਹੈ, ਇਹ ਸਪਲਾਈ ਆਧਾਰਿਤ ਤੇ ਨਹੀਂ। ਮੰਗ ਆਧਾਰਿਤ ਦਾ ਮਤਲਬ ਇਹ ਹੈ ਕਿ ਪਹਿਲਾਂ ਕਿਸੇ ਵੀ ਕੰਮ ਕਰਨ ਵਾਲੇ ਦਾ ਜੌਬ ਕਾਰਡ ਬਣਨਾ ਹੈ ਜੀ। ਜੌਬ ਕਾਰਡ 15 ਦਿਨਾਂ ਦੇ ਅੰਦਰ ਬਣਾਉਣਾ ਜ਼ਰੂਰੀ ਹੈ। ਬਹੁਤ ਲੋਕਾਂ ਦੇ ਜੌਬ ਕਾਰਡ ਨਹੀਂ ਬਣੇ ਹੋਏ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ। ਫਿਰ ਇਹ ਹੈ ਕਿ ਜਦੋਂ ਜੌਬ ਕਾਰਡ ਬਣ ਗਿਆ ਤੇ ਉਦੋਂ ਬਾਅਦ ਉਹਨੇ ਇੱਕ ਅਰਜੀ ਦੇ ਕੇ ਕੰਮ ਮੰਗਣਾ ਹੈ। ਇਕੱਲਾ ਬੰਦਾ ਵੀ ਅਰਜੀ ਦੇ ਸਕਦਾ ਤਾਂ ਸਾਰੇ ਪਿੰਡ ਦਾ 100 ਬੰਦਾ ਵੀ ਇੱਕੋ ਅਰਜੀ ਤੇ ਵੀ ਦੇ ਕੇ ਬਣ ਸਕਦਾ। ਘੱਟੋ ਘੱਟ 15 ਦਿਨ ਦਾ ਕੰਮ ਮੰਗ ਸਕਦਾ, ਵੱਧ ਤੋਂ ਵੱਧ 100 ਦਿਨ ਦਾ। 100 ਦਿਨ ਦੀ ਗਾਰੰਟੀ ਹੈ। ਜਦੋਂ ਚਾਹੇ, ਜਦੋਂ ਉਹਨੂੰ ਲੋੜ ਹੋਵੇ ਕੰਮ ਉਹਨੇ ਉਦੋਂ ਮੰਗਣਾ, ਉਦੋਂ ਹੀ ਦੇਣਾ ਪਏਗਾ।
ਪੰਚਾਇਤ ਨੂੰ 50% ਕੰਮ ਪੰਚਾਇਤ ਨੇ ਦੇਣੇ ਨੇ ਤੇ 50% ਵੀਡੀਓ ਲੈਵਲ ਤੇ ਮਿਲਦੇ ਨੇ। ਤੇ ਉਸੇ ਲਈ ਇਹ ਸਮਾਂ ਵੱਧ ਹੈ। ਜੇ ਉਹਨੂੰ ਸਮੇਂ ਤੇ ਮੰਗੇ ਸਮੇਂ ਮੁਤਾਬਕ ਕੰਮ ਨਹੀਂ ਦਿੱਤਾ ਜਾ ਸਕਿਆ ਤਾਂ ਉਹ ਬੇਰੁਜ਼ਗਾਰੀ ਭੱਤਾ ਲੈਣ ਦਾ ਹੱਕਦਾਰ ਹੈ ਜੀ। ਪਹਿਲਾ 1 ਮਹੀਨਾ ਚੌਥਾ ਹਿੱਸਾ ਦਿਹਾੜੀ, ਜਿਵੇਂ ਹੁਣ 269 ਰੁਪਏ ਦਿਹਾੜੀ ਹੈ ਇਸ 1 ਅਪ੍ਰੈਲ ਤੋਂ, ਤੇ ਅਗਲੇ ਦੇ ਜਿਹੜੇ ਬਚਦੇ ਦਿਨ ਨੇ 70 ਦਿਨ 100 ਦਿਨਾਂ ਚੋਂ ਬਚਣਗੇ ਤਾਂ ਅੱਧੀ ਦਿਹਾੜੀ ਬਿਨਾਂ ਕੰਮ ਤੋਂ ਉਹਨੂੰ ਬੇਰੁਜ਼ਗਾਰੀ ਭੱਤਾ ਮਿਲੂਗਾ। ਤੇ ਇਹ ਉਹਦੀਆਂ ਬੇਸਿਕ ਬੁਨਿਆਦੀ ਜ਼ਰੂਰਤਾਂ ਨੇ। ਫਿਰ ਉਹਦੀ ਪੇਮੈਂਟ ਉਹਦੇ ਖਾਤੇ 'ਚ ਜਾਣੀ ਹੈ। ਜੇ ਕੰਮ ਬੰਦ ਹੋਣ ਤੋਂ 15 ਦਿਨ ਦੇ ਅੰਦਰ ਨਾ ਆਈ ਤਾਂ ਉਹਨੂੰ ਵਿਆਜ ਸਮੇਤ ਦੇਣੀ ਪਊਗੀ। ਇਹ ਸਾਰੀਆਂ ਗੱਲਾਂ ਤਾਂ ਹੈਗੀਆਂ ਕਾਨੂੰਨ ਦੀ ਗੱਲ, ਕਾਨੂੰਨ 'ਚ ਲਿਖੀਆਂ ਹੋਈਆਂ ਨੇ। ਪਰ ਪ੍ਰੈਕਟੀਕਲੀ ਨਾ ਤਾਂ ਪੰਜਾਬ 'ਚ ਕੋਈ ਨਿਯੁਕਤੀ ਪੱਤਰ ਲਿਆ ਜਾਂਦਾ ਜੀ, ਬਲਕਿ ਬਹੁਤ ਮਨਰੇਗਾ ਵਾਲਿਆਂ ਦੇ ਜੌਬ ਕਾਰਡ ਹੈ ਜਾਂ ਸੈਕਟਰੀ ਲਈ ਫਿਰਦਾ ਹੈ ਜਾਂ ਪੰਚਾਇਤ ਲਈ ਫਿਰਦੀ ਹੈ ਜਾਂ ਵੀਡੀਓ ਦਫ਼ਤਰ ਪਏ ਹੋਏ ਨੇ ਉਹਨਾਂ ਕੋਲ ਨਹੀਂ ਹੈ। ਤੇ ਉਦੋਂ ਅਗਲੀ ਗੱਲ ਇਹ ਹੈ, ਜਦੋਂ ਕੰਮ ਮੰਗੇ ਤੇ ਨਹੀਂ ਮਿਲਦਾ ਉਹਨਾਂ ਨੂੰ ਮਨਮਰਜ਼ੀ ਨਾਲ ਜਿੱਥੇ ਵੀ ਮਰਜ਼ੀ ਲਾ ਦਿੰਦੇ ਨੇ। ਉਹਦੇ ਕੋਲ ਕੋਈ ਨਿਯੁਕਤੀ ਪੱਤਰ ਨਹੀਂ ਹੁੰਦਾ, ਨਿਯੁਕਤੀ ਪੱਤਰ ਨਹੀਂ ਹੁੰਦਾ ਤਾਂ ਉਹਨੂੰ ਨਾ ਪੈਸੇ ਟਾਈਮ ਤੇ ਮਿਲਦੇ ਨੇ, ਨਾ ਕੰਮ ਪੂਰਾ ਮਿਲਦਾ, ਤੇ ਨਾ ਉਹਨੂੰ ਜਿਹੜੀਆਂ ਬਰਾਬਰ ਦੀਆਂ ਸਹੂਲਤਾਂ ਨੇ ਮਨਰੇਗਾ ਦੇ ਮੁਤਾਬਕ। ਇਹ ਵੀ ਹੈ ਵੀ ਜੇ ਕੰਮ ਕਰਦੇ ਦੌਰਾਨ ਕਿਸੇ ਦੀ ਮੌਤ ਹੋ ਜੇ ਤਾਂ ਉਹਨੂੰ 4 ਲੱਖ ਦਾ ਬੀਮਾ ਮਿਲਦਾ। ਜੇ ਕੋਈ ਫੱਟੜ ਹੋ ਜੇ, ਜ਼ਖਮੀ ਹੋ ਜੇ ਤਾਂ ਉਹਦਾ ਇਲਾਜ ਫ੍ਰੀ ਹੁੰਦਾ ਤੇ ਨਾਲ ਉਹਨੂੰ ਦਿਹਾੜੀ ਵੀ ਮਿਲਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹ ਨਹੀਂ ਮਿਲਦੀਆਂ ਜਿੰਨਾ ਚਿਰ ਉਹ ਕੰਮ ਮੰਗ ਕੇ ਨਿਯੁਕਤੀ ਪੱਤਰ ਹਾਸਲ ਕਰਕੇ ਨਹੀਂ ਕੰਮ ਤੇ ਲੱਗਦੇ ਜੀ। ਇਹ ਬੁਨਿਆਦੀ ਗੱਲ ਹੈ। ਇਹ ਸਭ ਦਾ ਦਿੱਕਤ ਆ ਰਿਹਾ ਕਿਉਂਕਿ ਬਹੁਤਾ ਸੈਕਸ਼ਨ ਪੜ੍ਹਿਆ ਲਿਖਿਆ ਨਹੀਂ ਹੈ, ਗਰੀਬ ਪਰਿਵਾਰ ਨੇ ਜ਼ਿਆਦਾਤਰ। ਉਹ ਸਾਰੇ ਜਾਗਰੂਕਤਾ ਦੀ ਕਮੀ ਹੈ। ਜਾਗਰੂਕਤਾ ਜਿਨ੍ਹਾਂ ਨੇ ਕਰਨੀ ਹੈ ਉਹ ਜਾਗਰੂਕਤਾ ਕਰਨੀ ਹੈ ਵੀਡੀਓ ਨੇ, ਸੈਕਟਰੀ ਨੇ, ਪੰਚਾਇਤ ਨੇ ਜਾਂ ਫਿਰ ਬੌਧਿਕ ਤਬਕੇ ਨੇ ਜਿਹੜਾ ਬਾਕੀ ਹੈ। ਅਜੇ ਤੱਕ ਕਿਸੇ ਨੇ ਇਹਦੇ ਤੇ ਮਤਲਬ ਸੋਚਿਆ ਨਹੀਂ ਤੇ ਨਾ ਹੀ ਕੋਈ ਜਾਗਰੂਕਤਾ ਕੀਤੀ ਗਈ ਹੈ ਜੀ। ਹਮੀਰ ਜੀ, ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਮਨਰੇਗਾ ਦੀ ਗੱਲ ਕਰਦੇ ਹੋ ਤਾਂ ਦਿਹਾਤੀ ਵਰਗ ਨੂੰ ਤਾਂ ਇਹ ਕਾਨੂੰਨ ਦਿੱਤਾ ਹੀ ਹੈ ਕਿ ਉਹ ਆਪਣੀ ਨਰੇਗਾ ਤੇ ਕੰਮ ਕਰ ਸਕਦੇ ਨੇ। ਅਸੀਂ ਅਕਸਰ ਦੇਖਦੇ ਹਾਂ ਕੰਮ ਕਰ ਵੀ ਰਹੇ ਹੁੰਦੇ ਨੇ, ਪਰ ਹੋਰ ਕਿੰਨਾ ਵਾਸਤੇ ਇਹ ਕਾਨੂੰਨ ਆ ਜਿਹੜਾ ਬਣਾਇਆ ਗਿਆ ਸੀ। ਦਿਹਾਤੀ ਵਰਗ ਤਾਂ ਇਹਦੇ ਵਿੱਚ ਹੈਗਾ ਹੀ ਆ, ਤਾਂ ਹੋਰ ਕਿੰਨਾ ਨੂੰ ਅਸੀਂ ਇਹਦੇ ਵਿੱਚ ਸ਼ਾਮਲ ਕਰ ਸਕਦੇ ਜਿਹੜੇ ਵਰਕ ਕਰ ਸਕਦੇ ਨੇ ਜਾਂ ਇਹ ਮਨਰੇਗਾ ਦਾ ਲਾਹਾ ਲੈ ਸਕਦੇ ਨੇ? ਨਹੀਂ, ਹੈ ਤਾਂ ਪਿੰਡਾਂ ਲਈ, ਉਹ ਸ਼ਹਿਰਾਂ ਲਈ ਨਹੀਂ ਹੈ। ਉਹ ਕਿਉਂਕਿ ਪਿੰਡਾਂ 'ਚੋਂ ਲੋਕ ਪਿੰਡਾਂ ਨਾਲੋਂ ਸ਼ਹਿਰਾਂ 'ਚ ਲੋਕ ਤਾਂ ਹੀ ਜਾਂਦੇ ਸੀ ਕਿ ਉੱਥੇ ਜ਼ਿਆਦਾ ਦਿਹਾੜੀ ਮਿਲਦੀ ਹੈ ਜ਼ਿਆਦਾ, ਇਸ ਲਈ ਅਜੇ ਪਿੰਡਾਂ ਵਿੱਚ ਹੈ। ਪਰ ਨਾਲ ਦੀ ਨਾਲ ਇਹ ਹੈ ਕਿ ਇਕੱਲੇ ਮਜ਼ਦੂਰ ਲਈ ਨਹੀਂ ਜੀ, ਕਿਸਾਨ 5 ਏਕੜ ਤੱਕ ਜ਼ਮੀਨ ਦੇ ਮਾਲਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੇ ਖੇਤ 'ਚ ਕੰਮ ਕਰਕੇ ਵੀ ਮਨਰੇਗਾ ਦੀ ਦਿਹਾੜੀ ਮਿਲ ਸਕਦੀ ਹੈ। ਇੱਕ ਤਾਂ ਕਿਸਾਨੀ ਨੂੰ ਇਹ ਸੋਚਣਾ ਚਾਹੀਦਾ ਜਿਹੜੇ 5 ਏਕੜ ਵਾਲੇ ਨੇ ਕਿ ਉਹ ਕਿਵੇਂ ਲੈਣ, ਇਸ ਜਦੋਜਹਿਦ 'ਚ ਸ਼ਾਮਲ ਕਿਵੇਂ ਹੋਣ। ਕਿਸਾਨਾਂ ਨੂੰ ਇਹ ਚੀਜ਼ ਪਤਾ ਹੀ ਨਹੀਂ ਪਤਾ ਹੈਗੀ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਤੋਂ ਬਿਨਾਂ ਇਹ ਤਾਂ ਹੈਗਾ ਲੇਬਰ ਦਾ ਕੰਮ ਜਿਹੜਾ ਸਰੀਰਕ ਕੰਮ ਕਰਨਾ ਹੈ। ਇਹ ਤੋਂ ਬਿਨਾਂ ਵੀ ਹਾਜ਼ਰੀ ਲਾਉਣ ਲਈ 50 ਜੌਬ ਕਾਰਡਾਂ ਪਿੱਛੇ ਇੱਕ ਮੇਟ ਭਰਤੀ ਹੋਣਾ ਹੈ। ਹਰ ਪਿੰਡ ਦੇ ਵਿੱਚ ਘੱਟੋ ਘੱਟ ਇੱਕ, ਵੱਡੇ ਪਿੰਡਾਂ 'ਚ 2 ਜਾਂ 3 ਵੀ ਰੁਜ਼ਗਾਰ ਸੇਵਕ ਭਰਤੀ ਹੋਣੇ ਨੇ ਤੇ ਇਹਦੇ 'ਚ ਜੂਨੀਅਰ ਇੰਜੀਨੀਅਰ ਵੀ ਭਰਤੀ ਹੋਣੇ ਨੇ। ਮਤਲਬ 60-70 ਹਜ਼ਾਰ ਦਾ ਰੁਜ਼ਗਾਰ ਬਿਨਾਂ ਦਿਹਾੜੀ ਤੋਂ, ਜਿਹੜੇ ਜਿਹਨੂੰ ਆਪਾਂ ਵਾਈਟ ਕਾਲਰ ਜੌਬ ਕਹਿੰਦੇ ਆ, ਦਿਹਾੜੀ ਦੇ ਨਿਗਰਾਨੀ ਵਾਲੀ, ਉਹਨਾਂ ਨੂੰ ਵੀ ਮਿਲ ਸਕਦੀ ਹੈ ਜੇਕਰ ਇਹ ਠੀਕ ਤਰੀਕੇ ਨਾਲ ਕੰਮ ਹੋਵੇ। 32 ਲੱਖ ਪਰਿਵਾਰ ਹੈ ਪਿੰਡਾਂ 'ਚ, ਲਗਭਗ 28 ਲੱਖ ਪਰਿਵਾਰ ਇਹਦੇ ਯੋਗ ਹੋ ਸਕਦਾ ਕੰਮ ਕਰਨ ਦੇ, ਤੇ ਉਹਨਾਂ ਦੇ ਲਿਹਾਜ਼ ਦੇ ਨਾਲ ਜੇਕਰ ਮਨਰੇਗਾ 'ਚ ਕੰਮ ਹੋਏਗਾ ਤਾਂ ਹੋਰ ਰੁਜ਼ਗਾਰ ਦੇ ਮੌਕੇ ਵੀ ਖੋਲਣਗੇ। ਹਾਂ, ਹੁਣ ਇੱਕ ਮੰਗ ਉੱਠਣ ਲੱਗੀ ਹੈ ਕਿ ਜਦੋਂ ਕਰੋਨਾ ਆਇਆ ਬਹੁਤ ਲੋਕਾਂ ਦਾ, ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ। ਆ ਕਿੰਨੇ ਹੀ ਪ੍ਰਵਾਸੀ ਮਜ਼ਦੂਰ ਜਾਂਦੇ ਦੇਖੇ ਨੇ ਭੁੱਖਣ ਭਾਣੇ ਉਹਦੇ 'ਚ। ਬਈ ਮਨਰੇਗਾ ਵਰਗੀ ਸਕੀਮ ਸ਼ਹਿਰ 'ਚ ਵੀ ਚਾਹੀਦੀ ਹੈ ਤਾਂ ਕਿ ਸ਼ਹਿਰ ਦਾ ਜਿਹੜਾ ਬੇਰੁਜ਼ਗਾਰ ਬੰਦਾ ਉਹਨੂੰ ਵੀ ਰੁਜ਼ਗਾਰ ਮਿਲ ਸਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਮੰਗ ਹੈ ਹੁਣ, ਪਰ ਹਜੇ ਸਕੀਮ ਜਿਹੜੀ ਹੈ ਇਹ ਪਿੰਡਾਂ ਲਈ ਹੈ ਜੀ। ਪਰ ਜਿਸ ਹਿਸਾਬ ਦੇ ਨਾਲ ਤੁਸੀਂ ਕਿਹਾ ਕਿ ਪਿੰਡਾਂ ਦੇ ਲਈ ਇਹ ਸਕੀਮ ਹੈਗੀ ਆ, ਤਾਂ BDPO ਦੀ ਜਿਹੜੀ ਤੁਸੀਂ ਗੱਲ ਕਰਦੇ ਪੰਜਾਬ ਸੈਕਟਰੀ ਹੈਗਾ ਜਿਹੜਾ, ਤੁਹਾਨੂੰ ਲੱਗਦਾ ਕਿ ਉਹਦੀ ਹੀ ਉਹ ਅੱਜ ਜੇ ਲੋਕ ਉੱਥੇ ਜੋਬ ਮੰਗਦੇ ਵੀ ਨੇ ਤਾਂ ਉਹ ਕਾਰਡ ਵੀ ਨਹੀਂ ਬਣਾ ਕੇ ਦਿੰਦੇ ਹੈਗੇ, ਉਹ ਅੱਗੇ ਅਵੇਅਰ ਵੀ ਨਹੀਂ ਕਰਦੇ ਕਿ ਤੁਹਾਡੇ ਲਈ ਇਹ ਮਨਰੇਗਾ ਦਾ ਜਿਹੜਾ ਕੰਮ ਹੈਗਾ ਉਹ ਆਇਆ, ਤੁਸੀਂ ਇਸ ਆਧਾਰ ਤੇ ਕਾਰਡ ਦੇ ਆਧਾਰ ਤੇ ਤੁਸੀਂ ਕੰਮ ਕਰ ਸਕਦੇ ਹੋ। ਤੇ ਮੈਨੂੰ ਲੱਗਦਾ ਇਹ ਦੋ ਵੱਡੀ ਗਲਤੀ ਲੱਗਦੀ। ਉਹਨਾਂ ਦੀ ਗਲਤੀ ਤਾਂ ਹੈ ਹੀ ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਉਹਨਾਂ ਦੀ ਜ਼ਿੰਮੇਵਾਰੀ ਹੈ ਜੌਬ ਕਾਰਡ ਦੇਣਾ ਲੋਕਾਂ ਨੂੰ, ਬਲਕਿ ਕਾਨੂੰਨ ਤਾਂ ਇਹ ਵੀ ਕਹਿੰਦਾ ਉਹਦੇ 'ਚ ਜਿਹੜੇ ਕਾਨੂੰਨ ਦੇ ਮੁਤਾਬਕ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਹਰ ਮਹੀਨੇ ਇੱਕ ਦਿਨ ਸ਼ੁੱਕਰਵਾਰ ਵਾਲੇ ਕਿਸੇ ਇੱਕ ਜਾਂ ਪਹਿਲੇ ਜਾਂ ਲਾਸਟ ਰੁਜ਼ਗਾਰ ਮੇਲਾ ਲਾਓ ਪਿੰਡ 'ਚ, ਜਿਹਦਾ ਜੌਬ ਕਾਰਡ ਬਣਨਾ ਉਹ ਦਿਓ, ਜਿਹਦਾ ਕੰਮ ਮੰਗਣਾ ਉਹ ਦਿਓ। ਉਹ ਤਾਂ ਇੱਥੇ ਤੱਕ ਕਹਿੰਦਾ ਕਾਨੂੰਨ ਤਾਂ, ਪਰ ਕੋਈ ਕਰ ਨਹੀਂ ਰਿਹਾ। ਜੇ ਉਹ ਨਹੀਂ ਕਰ ਰਹੇ ਤਾਂ ਫਿਰ ਦੂਜਾ ਪਹਿਲੂ ਇਹ ਹੈ ਕਿ ਜਿਹਦੀ ਲੋੜ ਹੈ ਉਹਦੇ ਲਈ ਜਾਗਰੂਕਤਾ ਦੀ ਲੋੜ ਹੈ। ਪਿੰਡ ਪਿੰਡ ਜਾ ਕੇ ਜਾਗਰੂਕ ਕਰਨਾ, ਜਿਹੜੇ ਗਰੀਬ ਬੰਦੇ ਨੇ, ਕਿਸਾਨ ਨੇ, ਸਾਰੇ ਬੰਦਿਆਂ ਨੂੰ। ਇਹ ਬੁੱਧੀਜੀਵੀ ਜਾਂ ਪੜ੍ਹੇ ਲਿਖੇ ਸੈਕਸ਼ਨ ਦੀ ਵੀ ਲੋੜ ਹੈ ਕਿ ਉਹ ਜਾ ਕੇ ਕੰਮ ਕਰੇ, ਜਥੇਬੰਦੀਆਂ ਵੀ ਉਹਨਾਂ ਨੂੰ ਜਾ ਕੇ ਜਾਗਰੂਕ ਕਰਨ, ਤੇ ਬਾਕੀ ਦੀ ਵੀ ਜ਼ਿੰਮੇਵਾਰੀ ਹੈ। ਜਿਵੇਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨ ਇੰਨੇ ਅੰਦੋਲਨ 'ਚ ਜਾਗਰੂਕ ਹੋ ਗਏ ਕਿ ਆਪਾਂ ਨੂੰ ਲੜਾਈ ਲੜਨੀ ਪਏਗੀ। ਇਹ ਹੋਂਦ ਦੀ ਲੜਾਈ ਆ, ਇੱਥੇ ਬੈਠੇ ਨੇ 6 ਮਹੀਨੇ ਤੋਂ ਵੱਧ ਹੋ ਗਿਆ।
ਪਰ ਇਹੀ ਜਿਹੜੇ ਅੰਦੋਲਨਕਾਰੀ ਨੇ ਜੇਕਰ ਉਹ ਇਹਨਾਂ ਦੇ ਬਾਰੇ ਜਾਣ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਹੀ ਸਟੈਂਡ ਲੈ ਲੈਣ ਤਾਂ ਇਹੀ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਨੇ, ਕਿਉਂਕਿ ਇਹਨਾਂ ਕੋਲ ਇੱਕ ਤਾਂ ਸਮਝ ਆ ਗਈ, ਦੂਜੀ ਇਹ ਆ ਗਈ ਕਿ ਇਹਨਾਂ ਕੋਲ ਜੁਰਤ ਆ ਗਈ ਖੜਨ ਦੀ, ਅਫਸਰ ਨਾਲ ਗੱਲ ਕਰਨ ਦੀ, ਉਹਨੂੰ ਮਨਾਉਣ ਦੀ ਕਿ ਜੇ ਤੂੰ ਕਾਨੂੰਨ ਮੁਤਾਬਕ ਕਿਉਂ ਨਹੀਂ ਮੰਨਦਾ। ਇਹਦਾ ਫਾਇਦਾ ਹੁਣ ਲੈਣਾ ਚਾਹੀਦਾ ਪਿੰਡਾਂ ਦੇ ਵਿੱਚ, ਤੇ ਪਿੰਡਾਂ ਦੇ ਵਿੱਚ ਮਨਰੇਗਾ ਨੂੰ ਲਾਗੂ ਕਰਾਉਣ ਦੇ ਵਾਸਤੇ ਕਿਸਾਨ ਲੀਡਰਸ਼ਿਪ, ਮਜ਼ਦੂਰ ਲੀਡਰਸ਼ਿਪ ਤੇ ਬੁੱਧੀਜੀਵੀ ਤਬਕਾ ਸਭ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਕਿ ਬਾਕੀ ਲੋਕਾਂ ਨੂੰ ਫਾਇਦਾ ਹੋ ਜੇ। ਜੀ, ਜਿਸ ਹਿਸਾਬ ਦੇ ਨਾਲ ਇਹ ਕਾਨੂੰਨ ਲਾਗੂ ਕੀਤਾ ਗਿਆ ਤਾਂ ਇਹ ਵੀ ਹੋਊਗਾ ਨਾ ਕਿ ਜਿਹੜੇ ਅਜੇ ਜੌਬ ਵੀ ਨਹੀਂ ਕਰ ਰਹੇ, ਜਿਨ੍ਹਾਂ ਨੂੰ ਅਜੇ ਮਨਰੇਗਾ ਦਾ ਕਾਰਡ ਮਿਲਿਆ ਤੱਕ ਨਹੀਂ, ਪਰ ਪੈਸਾ ਤਾਂ ਆਉਂਦਾ ਹੋਊਗਾ ਉਹਨਾਂ ਦਾ ਵੀ, ਕੀ ਉਹਨਾਂ ਤੱਕ ਪਹੁੰਚਿਆ ਹੈਗਾ ਅਜੇ ਤੱਕ? ਨਹੀਂ, ਉਹਨਾਂ ਨੂੰ ਸਗੋਂ ਮੌਕਾ ਮਿਲੂਗਾ ਜਿਹਦਾ ਜੌਬ ਕਾਰਡ ਨਹੀਂ ਬਣਿਆ, ਇਸ ਸਮੇਂ ਦੌਰਾਨ ਉਹ ਜੌਬ ਕਾਰਡ ਬਣਾ ਲੈਣ, ਤੇ ਕੰਮ ਨਹੀਂ ਮਿਲਿਆ ਕੰਮ, ਤੇ ਇਹ ਤੋਂ ਬਿਨਾਂ ਜਿਹੜੇ ਇਹਦੇ 'ਚ ਕੰਮ ਨਹੀਂ ਵੀ ਆਉਣਗੇ, ਵੱਡੇ ਜ਼ਿਮੀਂਦਾਰ ਵੀ ਨੇ, ਬਾਕੀ ਲੋਕ ਵੀ ਨੇ, ਮੰਨ ਲਓ ਪਿੰਡਾਂ 'ਚ ਰਹਿੰਦੇ ਨੇ ਜਿਨ੍ਹਾਂ ਦਾ, ਉਹਨਾਂ ਨੂੰ ਵੀ ਫਾਇਦਾ ਇਸ ਤਰ੍ਹਾਂ ਹੋਏਗਾ। ਜੇਕਰ ਅਸੀਂ ਇਹ ਕਹੀਏ ਕਿ ਆ ਹੁਣ ਜਿਵੇਂ ਬਰਸਾਤ ਦਾ ਟਾਈਮ ਆਉਂਦਾ, ਮਨਰੇਗਾ ਤਹਿਤ ਹਰ 200 ਬੂਟਾ ਪਾਲਣ ਲਈ 100 ਦਿਨ ਦਾ ਰੁਜ਼ਗਾਰ ਮਿਲਦਾ ਹੈ, 3 ਸਾਲ ਤੱਕ ਮਿਲਦਾ ਹੈ ਜੀ। ਇਹਦਾ ਮਤਲਬ 4 ਪਰਿਵਾਰ 3 ਸਾਲਾਂ ਤੱਕ ਪੂਰਾ ਪੱਕੇ ਰੁਜ਼ਗਾਰ ਵਾਲੇ ਹੋ ਗਏ। ਤੇ ਜੇ 4-4 5-5 ਹਜ਼ਾਰ ਬੂਟਾ ਹਰ ਪਿੰਡ 'ਚ ਖਾਲੀ ਥਾਵਾਂ ਤੇ ਲਾ ਦਿੱਤਾ ਜਾਏ ਤਾਂ 100 ਪਿੰਡ ਨੂੰ ਘਰ ਨੂੰ ਰੁਜ਼ਗਾਰ ਮਿਲ ਗਿਆ, ਤੇ ਉਹ ਰੁਜ਼ਗਾਰ ਤਾਂ ਮਿਲ ਹੀ ਗਿਆ। ਜਦੋਂ 2-3 ਸਾਲਾਂ ਬਾਅਦ ਉਹ ਦਰਖਤਾਂ ਤੋਂ ਫਲ ਮਿਲਣਗੇ, ਮੈਡੀਸਨਲ ਪਲਾਂਟ ਲੱਗਣਗੇ, ਬਾਕੀ ਚੀਜ਼ਾਂ ਆਉਣਗੀਆਂ, ਤਾਂ ਉਹ ਲੋਕਾਂ ਦੀ ਇਮਿਊਨਿਟੀ ਵੀ ਵਧਾਏਗਾ ਤੇ ਲੋਕਾਂ ਨੂੰ ਖਾਣ ਨੂੰ ਫਲ ਮਿਲਣਗੇ ਮੁਫਤ ਦੇ ਵਿੱਚ, ਬਾਕੀ ਚੀਜ਼ਾਂ ਹੋਣਗੀਆਂ। ਤੇ ਇੱਕ ਹੋਰ ਗੱਲ, ਜਦੋਂ ਇੰਨੇ ਦਰਖਤ ਲੱਗੇ ਹੋਣਗੇ ਤਾਂ ਉਹ ਵਾਤਾਵਰਨ ਵੀ ਸ਼ੁੱਧ ਕਰਨਗੇ, ਸ਼ੁੱਧ ਹਵਾ ਮਿਲੂਗੀ ਲੋਕਾਂ ਨੂੰ। ਇਸ ਲਈ ਇਹ ਬੜਾ ਵੱਡਾ ਸਵਾਲ ਹੈ, ਸਾਰੀਆਂ ਚੀਜ਼ਾਂ ਉਹਦੇ 'ਚ ਬਦਲਣਗੀਆਂ ਮਨਰੇਗਾ ਨੂੰ ਰੱਖ ਕੇ। ਇਹ ਸਮੁੱਚੇ ਪਿੰਡ ਤੇ ਸਮੁੱਚੇ ਸਮਾਜ ਦਾ ਕਾਨੂੰਨ ਹੈ, ਇਕੱਲੇ ਗਰੀਬਾਂ ਦਾ ਨਹੀਂ ਬਣੇਗਾ। ਸਮਾਜ ਨੂੰ ਹੀ ਇਹਦੇ 'ਚ ਫਾਇਦਾ ਹੋਊਗਾ ਤੇ ਸਮਾਜ ਨੂੰ ਹੀ ਇਹਦੇ 'ਚ ਲੱਗਣਾ ਚਾਹੀਦਾ। ਜੀ, ਸੈਂਟਰ ਗਵਰਨਮੈਂਟ ਦੀ ਗੱਲ ਕਰਦੇ ਆ ਤਾਂ ਕੀ ਲੱਗਦਾ ਤੁਹਾਨੂੰ ਕਿ ਕਿੰਨਾ ਕੁ ਪੈਸਾ ਜਿਹੜਾ ਅੱਜ ਲੋਕਾਂ ਤੱਕ ਨਹੀਂ ਪਹੁੰਚਿਆ ਜਾਂ ਵਾਪਸ ਜਾ ਰਿਹਾ ਹੈ, ਇਸ ਬਾਰੇ ਸਾਨੂੰ ਜ਼ਰੂਰ ਦੱਸੋ ਵੀ ਕਿੰਨਾ ਪੈਸਾ ਜਿਹੜਾ ਕਿ ਮਨਰੇਗਾ ਦੇ ਨਾਂ ਤੇ ਆਉਂਦਾ ਹੈ? ਨਹੀਂ, ਮਨਰੇਗਾ ਦੇ ਨਾਂ ਤੇ ਜਿਹੜਾ ਪੈਸਾ, ਜੇ ਤੁਸੀਂ ਕੰਮ ਨਹੀਂ ਕਰਦੇ, ਮਨਰੇਗਾ ਦੇ ਨਾਂ ਤੇ ਜਿੰਨਾ ਕੰਮ ਤੁਸੀਂ ਕਰਾ ਲੋਗੇ ਉਨਾ ਹੀ ਪੈਸਾ ਆਊਗਾ, ਇਹਦੇ 'ਚ ਲਿਮਟ ਕੋਈ ਨਹੀਂ, ਕਿਉਂਕਿ ਇਹ ਫੰਡਾਮੈਂਟਲ ਰਾਈਟ ਹੈ। ਜਿੰਨੇ ਜਦ ਤੋਂ ਵੱਧ ਕੰਮ ਦੇ ਦੇਣਗੇ ਪਿੰਡਾਂ 'ਚ ਪੰਚਾਇਤਾਂ ਜਾਂ BDO, ਉਨਾ ਹੀ ਜ਼ਿਆਦਾ ਕੇਂਦਰ ਸਰਕਾਰ ਨੂੰ ਦੇਣੀ ਪਏਗੀ, ਕਿਉਂਕਿ 100 ਦਾ 100% ਪੈਸਾ ਦਿਹਾੜੀ ਦਾ ਉੱਥੋਂ ਆਉਂਦਾ, ਕੇਂਦਰ ਸਰਕਾਰ ਤੋਂ ਆਉਂਦਾ। ਇਸ ਲਈ ਇਹਦੇ 'ਚ ਪੈਸੇ ਮੁੱਕਣ ਵਾਲਾ ਸਵਾਲ ਪੈਦਾ ਨਹੀਂ ਹੁੰਦਾ। ਹਾਂ, ਗੱਲ ਇਹ ਹੈ ਵੀ ਬਹੁਤ ਅੜਚਣਾਂ ਆਉਂਦੀਆਂ ਨੇ ਵੀ ਉਹ ਪੈਸਾ ਟਾਈਮ ਤੇ ਨਹੀਂ ਮਿਲਦਾ, ਪੇਮੈਂਟ ਟਾਈਮ ਤੇ ਨਹੀਂ ਮਿਲਦੀ। ਉਹ ਟਾਈਮ ਤੇ ਤਾਂ ਨਹੀਂ ਮਿਲਦੀ ਕਿਉਂਕਿ ਨਿਯੁਕਤੀ ਪੱਤਰ ਤੋਂ ਬਿਨਾਂ ਮਨਰੇਗਾ ਵਰਕਰ ਕੰਮ ਤੇ ਲੱਗ ਜਾਂਦੇ ਨੇ ਤੇ ਉਹਨਾਂ ਦਾ ਪ੍ਰੋਜੈਕਟ ਪਾਸ ਨਹੀਂ ਹੁੰਦਾ, ਇਸ ਲਈ ਟਾਈਮ ਤੇ ਮਿਲਦੀ ਨਹੀਂ। ਔਰ ਜਦੋਂ ਉਹਨਾਂ ਨੂੰ ਇਹ ਸਮਝ ਆ ਗਈ ਤਾਂ ਟਾਈਮ ਤੇ ਉਹ ਦੇਣਾ ਹੀ ਪਏਗਾ। ਜੇ ਟਾਈਮ ਤੇ ਨਹੀਂ ਦੇਣਗੇ ਤਾਂ ਜਿਹੜਾ ਬੰਦੇ ਦੇ ਪੱਧਰ ਦੇ ਉੱਤੇ ਦੇਰੀ ਹੋਏਗੀ ਉਹਦੀ ਤਨਖਾਹ ਚੋਂ ਕੱਟ ਕੇ ਵੀ ਉਹਨੂੰ ਵਿਆਜ ਸਮੇਤ ਦਿੱਤੀ ਜਾ ਸਕਦੀ ਹੈ, ਤੇ ਇਸ ਕਰਕੇ ਉਹਨਾਂ 'ਤੇ ਵੀ ਦਬਾਅ ਵਧੂਗਾ ਕਿ ਉਹ ਟਾਈਮ ਤੇ ਦੇਣ। ਪਹਿਲਾ ਸਭ ਤੋਂ ਸਵਾਲ ਜਾਗਰੂਕਤਾ ਦਾ ਸਵਾਲ ਹੈ, ਨੰਬਰ 1 ਸਵਾਲ। ਤੁਸੀਂ ਜਾਗਰੂਕਤਾ ਦੀ ਗੱਲ ਕੀਤੀ ਹੈ ਤਾਂ ਤੁਸੀਂ ਇਕੱਲੇ ਹੀ ਅੱਜ ਇਸ ਮਨਰੇਗਾ ਨੂੰ ਵਿਸ਼ੇ ਨੂੰ ਲੈ ਕੇ ਗੱਲਬਾਤ ਕਰ ਰਹੇ ਹੋ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜੇ ਅਸੀਂ ਉੱਚ ਪੱਧਰ ਦੀ ਗੱਲ ਕਰਦੇ ਹਾਂ ਤਾਂ ਫਿਰ ਪੂਰੀ ਜਾਗਰੂਕਤਾ ਫੈਲਾਉਣੀ ਹੈ ਤਾਂ ਸਾਨੂੰ ਸਾਰਿਆਂ ਨੂੰ ਗੱਲ ਕਰਨੀ ਪਊਗੀ? ਹੋਰ ਵੀ ਕਈ ਬੁੱਧੀਜੀਵੀਆਂ ਦੀ ਤੁਸੀਂ ਗੱਲ ਕੀਤੀ ਸੀ ਕਿ ਬੁੱਧੀਜੀਵੀ ਕਈ ਇੱਦਾਂ ਦੇ ਸੀ ਜਿਹੜੇ ਮਿਲ ਕੇ ਹੀ ਇਹ ਕਰ ਸਕਦੇ ਸੀ, ਤੇ ਤੁਹਾਨੂੰ ਕੀ ਲੱਗਦਾ ਕਿ ਅੱਗੇ ਕਿਸ ਤਰ੍ਹਾਂ ਦਾ ਹੁਣ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਸਰਕਾਰ ਤੱਕ ਵੀ ਗੱਲ ਪੁੱਜੇ ਤੇ ਲੋਕਾਂ ਦੇ ਵਿੱਚ ਵੀ ਪਤਾ ਲੱਗੇ ਕਿ ਕਿਸ ਤਰ੍ਹਾਂ ਇਹ ਮਨਰੇਗਾ ਦਾ ਜਿਹੜਾ ਲਾਹਾ ਉਹ ਲੈ ਸਕਦੇ? ਮੈਨੂੰ ਲੱਗਦਾ ਕਿ ਇਹਦੇ 'ਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਾਰੇ ਬੁੱਧੀਜੀਵੀਆਂ ਨੂੰ ਤਾਂ ਚਾਹੀਦਾ ਹੀ ਹੈ, ਕਿਉਂਕਿ ਉਹ ਪੜ੍ਹ ਸਕਦੇ ਨੇ, ਸਮਾਜ ਦਾ ਇੱਕ ਖਾਸ ਤਬਕਾ ਹੈ, ਉਹਨੂੰ ਜ਼ੋਰ ਦੇਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਸਰਬੱਤ ਦੇ ਭਲੇ ਦਾ ਸਿਧਾਂਤ ਦਿੰਦੇ ਨੇ, ਜਦੋਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਦਿੰਦੇ ਨੇ, ਤਾਂ ਕਿਰਤੀਆਂ ਦੇ ਪੱਖ 'ਚ ਖੜਨਾ ਸਭ ਦੀ ਜ਼ਿੰਮੇਵਾਰੀ ਹੈ ਨਾ, ਉਹਨਾਂ ਨੂੰ ਜਾਗਰੂਕ ਕਰਨਾ। ਇੱਕ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਬੁੱਧੀਜੀਵੀਆਂ ਦੀ, ਤੇ ਦੂਜਾ ਜਥੇਬੰਦੀਆਂ ਦੀ ਵੀ ਜ਼ਿੰਮੇਵਾਰੀ ਹੈ। ਪਾਰਟੀਆਂ ਤੋਂ ਤਾਂ ਕੋਈ ਮੈਨੂੰ ਉਮੀਦ ਨਹੀਂ, ਕਿਉਂਕਿ ਪਾਰਟੀਆਂ ਦੇ ਤਾਂ ਉਹ ਤਾਂ ਵੋਟ ਬੈਂਕ ਦੀਆਂ ਪਾਰਟੀਆਂ ਨੇ ਜ਼ਿਆਦਾਤਰ ਕਿ ਵੋਟ ਮਿਲੇ ਤੇ ਇਹਦੇ ਤੋਂ ਇਲਾਵਾ ਬੁੱਧੀਜੀਵੀ ਹੋ ਗਏ, ਵਿਦਿਆਰਥੀ ਹੋ ਗਏ, ਨੌਜਵਾਨ ਹੋ ਗਏ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਹੋ ਗਈਆਂ, ਉਹ ਤੇ ਨਾਲ ਦੀ ਨਾਲ ਮੀਡੀਆ ਨੂੰ ਵੀ ਉਹ ਹਾਸੀਏ ਤੇ ਨਹੀਂ ਸੁੱਟ ਦੇਣਾ ਚਾਹੀਦਾ, ਉਸ ਪਾਸੇ ਵੱਲ ਦੀਆਂ ਉਹਨੂੰ ਟਾਈਮ ਦੇਣਾ ਚਾਹੀਦਾ, ਸਪੇਸ ਦੇਣਾ ਚਾਹੀਦਾ, ਸਟੋਰੀਆਂ ਕਰਨੀਆਂ ਚਾਹੀਦੀਆਂ ਨੇ, ਡਿਬੇਟਾਂ ਕਰਾਉਣੀਆਂ ਚਾਹੀਦੀਆਂ ਨੇ ਤਾਂ ਕਿ ਹੋਰ ਜ਼ਿਆਦਾ ਇਹ ਫੈਲੇ। ਸਾਰਿਆਂ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ। ਜਿਸ ਤਰ੍ਹਾਂ ਦਿਹਾਤੀ ਦੀ ਤੁਸੀਂ ਗੱਲ ਕੀਤੀ, ਤੁਹਾਨੂੰ ਲੱਗਦਾ ਨਹੀਂ ਕਿ ਜੋ ਮਨਰੇਗਾ ਦਾ ਕੰਮ ਦਿਹਾਤੀ ਵਰਗ ਨੂੰ ਦਿੱਤਾ ਜਾਂਦਾ, ਪਰ ਜਿਹੜੇ ਨੌਜਵਾਨ ਪੜ੍ਹੇ ਲਿਖੇ ਹੁੰਦੇ ਨੇ, ਜਿਨ੍ਹਾਂ ਦੀ ਸੋਚ ਸਮਝ ਇੱਦਾਂ ਦੀ ਹੁੰਦੀ ਹੈ ਕਿ ਉਹ ਚਾਹੁੰਦੇ ਨੇ ਕਿ ਅਸੀਂ ਇੱਦਾਂ ਦਾ ਕੰਮ ਨਾ ਕਰੀਏ, ਸਾਨੂੰ ਕੋਈ ਵਧੀਆ ਜੌਬ ਮਿਲੇ, ਤਾਂ ਉਹਨਾਂ ਬਾਰੇ ਕੀ ਕਹੋਗੇ? ਹਾਲਾਂਕਿ ਉਹਨਾਂ ਨੂੰ ਉਹ ਮਨਰੇਗਾ ਦਾ ਕਾਰਡ ਵੀ ਉਹਨਾਂ ਦਾ ਬਣਿਆ ਹੁੰਦਾ, ਉਹ ਕੰਮ ਕਰਨ ਲਈ ਸ਼ੁਕਮ ਵੀ ਹੁੰਦੇ ਕਿਉਂਕਿ ਉਹਨਾਂ ਦੀ ਹੈਲਥ ਵੀ ਸਹੀ ਹੈ, ਉਹ ਕਰ ਵੀ ਸਕਦੇ
ਕਰਦੇ ਨੇ, ਪਰ ਉਹਨਾਂ ਦੇ ਵਿੱਚ ਇਦਾਂ ਦੀ ਕਈ ਵਾਰ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਐ ਲੱਗਦਾ ਹੈ ਕਿ ਅਸੀਂ ਮਨਰੇਗਾ ਕੰਮ ਕਰਨ ਦੇ ਕਾਬਿਲ ਨਹੀਂ ਹੈਗੇ, ਅਸੀਂ ਇਹ ਕੰਮ ਨਹੀਂ ਕਰਨਾ ਕਿਉਂਕਿ ਅਸੀਂ ਐਜੂਕੇਟਡ ਆ। ਉਸ ਬਾਰੇ ਕੀ ਕਹੋਗੇ ਕਿ ਉਹਨਾਂ ਵਾਸਤੇ ਵੀ ਮਨਰੇਗਾ ਦੇ ਵਿੱਚ ਕੋਈ ਵਧੀਆ ਕੰਮ ਵੀ ਹੈਗੇ ਨੇ? ਨਹੀਂ, ਇੱਕ ਤਾਂ ਗੱਲ ਇਹ ਹੈ ਕਿ ਪੜ੍ਹੇ ਲਿਖੇ ਬੰਦੇ ਨੂੰ ਤਾਂ ਦੂਜਾ ਰੁਜ਼ਗਾਰ ਇਹ ਮੰਗਣਾ ਚਾਹੀਦਾ ਹੈ ਔਰ ਇਹਦੇ ਤੇ ਲਾਮਬੰਦ ਹੋਣਾ ਚਾਹੀਦਾ ਕਿ ਜਿੰਨੀ ਕੁ ਉਹਦੀ ਲਿਆਕਤ ਹੈ ਉਹਦੇ ਮੁਤਾਬਕ ਉਹਨੂੰ ਰੁਜ਼ਗਾਰ ਮਿਲੇ। ਇਹ ਤਾਂ ਉਦੋਂ ਤੱਕ ਹੈ ਜਿੰਨਾ ਚਿਰ ਉਹ ਨਹੀਂ ਮਿਲਦਾ ਉਹਨਾਂ ਚਿਰ ਮਨਰੇਗਾ 'ਚੋਂ ਸੇਵਾ ਕਰ ਲੇ, ਨਾਲ ਮਾੜਾ ਮੋਟਾ ਉਹਨੂੰ ਪੈਸੇ ਵੀ ਮਿਲਣਗੇ ਤੇ ਨਾਲ ਦੂਜੇ ਲੋਕਾਂ ਨੂੰ ਉਹ ਜਾਗਰੂਕ ਵੀ ਕਰ ਸਕਦਾ ਕਿਉਂਕਿ ਉਹ ਪੜ੍ਹਿਆ ਲਿਖਿਆ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਦੀ ਨਾਲ ਕਿ ਜਿਹੜਾ ਮਨਰੇਗਾ ਦੇ ਵਿੱਚ ਹੈ ਕੱਲਾ, ਜਿਵੇਂ ਮੈਂ ਪਹਿਲਾਂ ਕਿਹਾ, ਕੱਲਾ ਦਿਹਾੜੀਦਾਰ ਨਹੀਂ ਜੀ, ਕੱਲਾ ਸਰੀਰਕ ਵਰਕ ਨਹੀਂ, ਜਿਹੜੇ ਮੇਟ ਦਾ ਕੰਮ, ਹਾਜ਼ਰੀ ਲਾਉਣ ਵਾਲਾ ਕੰਮ ਹੈ ਜਾਂ ਇਸ ਤੋਂ ਬਾਅਦ ਉਹਦੇ ਦੇ ਫਾਰਮ ਭਰਨ ਵਾਲਾ ਕੰਮ ਹੈ, ਜਿਹੜੇ ਰੁਜ਼ਗਾਰ ਸੇਵਕ ਨੇ ਉਹਨਾਂ 'ਚ ਵੀ ਤਾਂ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ। ਤੇ ਉਸ ਪਾਸੇ ਵੱਲ ਵੀ ਜੇ ਧਿਆਨ ਦੇਣਗੇ, ਜੇ ਮਨਰੇਗਾ ਦਾ ਕੰਮ ਵਧੂ ਤਾਂ ਉਹਨਾਂ ਨੂੰ ਨੌਕਰੀ ਮਿਲਣੀ ਹੈ। ਉਹਨਾਂ ਨੂੰ ਸੇਵਾ ਦੇ ਤੌਰ ਤੇ ਵੀ, ਆਪਣੀ ਨੌਕਰੀ ਦੇ ਤੌਰ ਤੇ ਵੀ, ਦੋਨੋਂ ਕੰਮ ਕਰਨਾ ਚਾਹੀਦਾ। ਜੇ ਸਰਕਾਰ ਕਰਦੀ ਤਾਂ ਅੱਜ ਤੱਕ ਹੋ ਨਹੀਂ ਜਾਂਦਾ। ਸਰਕਾਰ ਤੋਂ ਤਾਂ ਧੱਕੇ ਧੁੱਕੇ ਨਾਲ ਇੱਕ ਕਾਨੂੰਨ ਬਣ ਗਿਆ, ਚੰਗਾ ਬਣ ਗਿਆ, ਪਰ ਉਹ ਲਾਗੂ ਨਹੀਂ ਕਰ ਰਹੀ ਨਾ। ਸਰਕਾਰ ਨੇ ਕਿਹਦੇ ਥਰੂ ਕਰਨਾ ਹੈ? ਅਧਿਕਾਰੀਆਂ ਦੇ ਥਰੂ, ਸਿਆਸਤਦਾਨਾਂ ਦੇ ਥਰੂ। ਸਿਆਸਤਦਾਨਾਂ ਤੇ ਅਧਿਕਾਰੀਆਂ ਦੇ ਤਾਂ ਏਜੰਡੇ ਤੇ ਲੋਕ ਹੈ ਹੀ ਨਹੀਂ ਜੀ, ਤੇ ਇਸ ਤੇ ਤਾਂ ਲੋਕਾਂ ਨੂੰ ਆਪ ਹੀ ਕਰਨਾ ਪਏਗਾ। ਜਿਵੇਂ ਆ ਜਦੋਂ ਜਦ ਲੜ ਰਹੇ ਨੇ ਤਾਂ ਸਰਕਾਰ ਦੇ ਖਿਲਾਫ ਹੀ ਲੜ ਰਹੇ ਨੇ ਨਾ। ਇੰਨਾ ਚਿਰ ਹੋ ਗਿਆ ਲੋਕਾਂ ਨੂੰ, ਜੇ ਸਰਕਾਰ ਇੰਨੀ ਕਿ ਸੰਵੇਦਨਸ਼ੀਲ ਹੋਵੇ ਤਾਂ ਆਪ ਹੀ ਵਾਪਸ ਲੈ ਲੇ। ਤੇ ਇਸੇ ਤਰ੍ਹਾਂ ਜਿਵੇਂ ਉਹ ਵਾਪਸ ਨਹੀਂ ਲੈ ਰਹੀ ਤਾਂ ਜਿਹੜਾ ਚੰਗਾ ਉਹਨੂੰ ਲਾਗੂ ਨਹੀਂ ਕਰ ਰਹੀ, ਮਾੜੇ ਨੂੰ ਵਾਪਸ ਨਹੀਂ ਲੈ ਰਹੀ। ਸਰਕਾਰ ਦਾ ਤਾਂ ਇਹ ਮਾਮਲਾ ਅਸਲ ਦੇ ਵਿੱਚ ਲੋਕਾਂ ਨੂੰ ਆਪ ਹੀ ਕਰਨਾ ਪਏਗਾ ਜੀ। ਮਤਲਬ ਕਿ ਹੁਣ ਤੁਹਾਨੂੰ ਲੱਗਦਾ ਕਿ ਜੇ ਜਨਤਾ ਨੂੰ ਅਵੇਅਰ ਕਰਨਾ ਤਾਂ ਆਪ ਮੁਹਾਰੇ ਉੱਠ ਕੇ ਹੀ ਸਰਕਾਰ ਤੋਂ ਹੱਕ ਵੀ ਮੰਗਣੇ ਚਾਹੀਦੇ, ਸਰਕਾਰ ਤੱਕ ਗੱਲ ਵੀ ਰੱਖਣੀ ਚਾਹੀਦੀ ਆ ਤੇ ਦੂਜਿਆਂ ਵਿੱਚ ਵੀ ਗੱਲਬਾਤ ਕਰਨੀ ਚਾਹੀਦੀ ਹੈ। ਹਾਂ, ਬਾਕੀਆਂ 'ਚ ਤਾਂ ਕਰਨੀ ਉਹ ਚਾਹੀਦਾ, ਪਰ ਇਹਦੇ 'ਚ ਤਾਂ ਮੰਗ ਦੀ ਇਕੱਲੇ ਦੀ ਲੋੜ ਨਹੀਂ। ਇਹਦੇ 'ਚ ਤਾਂ ਹੱਕ ਹੈ ਨਾ, ਹੱਕ ਲਈ ਲੜਨਾ ਚਾਹੀਦਾ ਹੈ। ਤੇ ਹੱਕ ਦੇ ਵਿੱਚ ਇਹ ਹੈ ਕਿ ਪਿੰਡਾਂ ਦੇ ਵਿੱਚ ਆਪਣੇ ਜੌਬ ਕਾਰਡ ਬਣਾਓ, ਜੌਬ ਕਾਰਡ ਬਣਾ ਕੇ ਕੰਮ ਮੰਗੋ, ਕੰਮ ਮੰਗ ਕੇ ਉਹਦੇ ਨਾਲ ਦੀ ਨਾਲ ਅਗਲੀ ਵਿਉਂਤਬੰਦੀ ਲਈ ਗ੍ਰਾਮ ਸਭਾਵਾਂ ਸੱਦੋ, ਜੀ ਸਾਰਾ ਪਿੰਡ ਇਕੱਠਾ ਬੈਠੇ, ਉਹ 'ਚ ਬਣੀ ਹੋਈ ਵਿਉਂਤਬੰਦੀ ਦੇ ਮੁਤਾਬਕ ਕੰਮ ਮਿਲਣਾ ਸ਼ੁਰੂ ਹੋ ਜਾਏਗਾ। ਇਹ ਤਾਂ ਲੋਕ ਆਪ ਇਕੱਠਾ ਹੋ ਕੇ ਕਰ ਸਕਦੇ ਨੇ, ਕਾਨੂੰਨ ਪਹਿਲਾਂ ਹੀ ਬਣਿਆ ਹੋਇਆ ਜੀ। ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਕੋਈ ਸੰਦੇਸ਼ ਦੇਣਾ ਚਾਹੋਗੇ? ਬਸ ਇਹੀ ਹੈ, ਮੇਰਾ ਖਿਆਲ ਹੈ ਕਿਉਂਕਿ ਸਾਨੂੰ ਸਭ ਨੂੰ ਨਾਲ ਲੈ ਕੇ ਜਦੋਂ ਚੱਲਣ ਦੀ ਗੱਲ ਹੈ। ਜਦੋਂ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕੇ ਰੀਸ, ਤਾਂ ਬੜੇ ਵੱਡੇ ਵਰਗ ਨੂੰ ਅਸੀਂ ਛੱਡ ਨਹੀਂ ਸਕਦੇ। ਜਿਹੜਾ ਪੈਸੇ ਦੇ ਪੱਖੋਂ ਤੋਂ ਵੀ ਗਰੀਬ ਹੈ ਤੇ ਜਿਹੜਾ ਸਮਾਜਿਕ ਪੱਖੋਂ ਵੀ ਪਕੜਿਆ ਹੋਇਆ ਹੈ, ਉਹਨੂੰ ਸਭ ਨੂੰ ਜੇ ਨਾਲ ਲੈ ਕੇ ਚੱਲਦੇ ਆ, ਗੁਰੂ ਨਾਨਕ ਦੇ ਵਿਚਾਰਧਾਰਾ ਤੇ ਚੱਲਣਾ ਹੈ, ਤਾਂ ਇਹ ਸਭ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਜਿਹਨੂੰ ਪੜ੍ਹਨ ਲਿਖਣ ਦਾ ਮੌਕਾ ਮਿਲ ਗਿਆ, ਜਿਹਨੂੰ ਕੋਈ ਅਹੁਦਾ ਮਿਲ ਗਿਆ, ਜਿਹਨੂੰ ਕੋਈ ਜਥੇਬੰਦੀ 'ਚ ਕੰਮ ਕਰਨ ਦਾ ਮੌਕਾ ਮਿਲ ਗਿਆ। ਉਹ ਸਭ ਬੰਦੇ ਉਹਨਾਂ ਸਾਰੇ ਸਮਾਜ ਦੇ ਲਈ ਕੰਮ ਕਰਨ ਤੇ ਉਹਨਾਂ ਨੂੰ ਜਾਗਰੂਕ ਕਰਨ, ਜਾਗਰੂਕ ਕਰਕੇ ਇੱਕ ਮਜ਼ਬੂਤ ਲਹਿਰ ਖੜੀ ਕਰਨ। ਫਿਰ ਉਹ ਆਪਣੀ ਉਹੀ ਮਜ਼ਬੂਤੀ ਇੱਧਰਲੀ ਲੜਾਈ 'ਚ ਵੀ ਕੰਮ ਦੇਗੀ ਤੇ ਇੱਧਰਲੀ ਲੜਾਈ ਉੱਧਰ ਕੰਮ ਦੇਗੀ। ਇਹ ਮਿਲ ਗਿਲ ਕੇ ਹੋਏਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਇਹ ਸਨ ਹਮੀਰ ਸਿੰਘ ਜੀ, ਸੀਨੀਅਰ ਪੱਤਰਕਾਰ। ਤਾਂ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਮਨਰੇਗਾ ਤੇ ਗੱਲ ਕਰ ਰਹੇ ਨੇ ਤੇ ਅੱਜ ਲੋਕਾਂ ਨੂੰ ਵੀ ਸਮਝ ਆ ਗਈ ਹੋਊਗੀ। ਅੱਜ ਉਹਨਾਂ ਦਾ ਕਹਿਣਾ ਸੀਗਾ ਕਿ ਬਿਲਕੁਲ ਦਿਹਾਤੀ ਵਰਗ ਲਈ ਨਹੀਂ, ਇਹ ਕਿਸਾਨਾਂ ਵਾਸਤੇ ਵੀ ਬਹੁਤ ਲਾਭਦਾਇਕ ਨੇ ਅਗਰ ਉਹ ਇਹਦੀ ਵਰਤੋਂ ਕਰਨ ਤਾਂ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿੰਨੀ ਕੁ ਜਾਗਰੂਕਤਾ ਲੋਕਾਂ ਦੇ ਵਿੱਚ ਆਉਂਦੀ ਹੈ ਕਿ ਲੋਕ ਇਹਦਾ ਲਾਹਾ ਲੈ ਸਕਦੇ। ਜਿਸ ਹਿਸਾਬ ਦੇ ਨਾਲ ਗਵਰਨਮੈਂਟ ਨੇ ਇਹ ਕਾਨੂੰਨ ਬਣਾਇਆ ਤਾਂ ਚਾਹੀਦਾ ਸੀਗਾ ਕਿ ਉਹ ਲੋਕ ਅਵੇਅਰ ਵੀ ਹੁੰਦੇ, ਲੋਕਾਂ ਨੂੰ ਦੱਸਿਆ ਵੀ ਜਾਂਦਾ ਕਿ ਤੁਹਾਡੇ ਲਈ ਫਾਇਦਾ ਹੈਗਾ, ਕਿਉਂਕਿ ਸਰਕਾਰ ਤੋਂ ਅਗਰ ਕਿਸਾਨਾਂ ਨੇ ਜਾਂ ਹੋਰ ਲੋਕਾਂ ਨੇ ਪੈਸਾ ਲੈਣਾ ਤਾਂ ਉਹ ਇਸ ਮਨਰੇਗਾ ਦੇ ਕਾਨੂੰਨ ਦੇ ਜ਼ਰੀਏ ਆਪਣੀ ਦਿਹਾੜੀ ਕਰਕੇ ਆਪਣਾ ਕੰਮ ਕਰਕੇ ਲੈ ਸਕਦੇ ਨੇ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।